ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਦੋਸਤੋ, ਅਗਲੇ ਇੱਕ ਦੋ ਦਿਨਾਂ ਦੇ ਵਿੱਚ ਈਰਾਨੀ ਸਦਰ ਜਿਹੜੇ ਨੇ ਰਈਸੀ ਉਹ ਪਾਕਿਸਤਾਨ ਤਸ਼ਰੀਫ ਲਿਆ ਰਹੇ ਨੇ ਤੇ ਇਹ ਮੌਕਾ ਉਹਨਾਂ ਦਾ ਜਿਹੜਾ ਦੌਰੇ ਦਾ ਮਕਸਦ ਹੈ ਇਹ ਖਾਸਾ ਅਹਿਮ ਹੋ ਜਾਏਗਾ। ਰੂਟੀਨ ਦੀ ਗੱਲ ਹੁੰਦੀ ਤੇ ਫਿਰ ਅਸੀਂ ਇਹੀ ਕਹਿ ਸਕਦੇ ਸਾਂ ਕਿ ਦੋ ਬ੍ਰਦਰ ਮਮਾਲਿਕ ਦੀ ਜਿਹੜੀ ਕਿਆਦਤ ਹੈ ਉਹ ਮਿਲ ਬੈਠੇਗੀ। ਉਹ ਕੋਈ ਅੱਗੇ ਚੱਲਣ ਦਾ ਰੀਜਨ ਦੇ ਮਾਮਲਾਤ ਨੂੰ ਮਕਾਸਦ ਨੂੰ ਔਰ ਆਪਣੇ ਮਫਾਦਾਤ ਦੇ ਵਿੱਚ ਹਮ ਆਹੰਗੀ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਕਰਾਂਗੇ ਔਰ ਕਰਾਂਗੇ ਕਿ ਅਸੀਂ ਇਹ ਗੱਲ ਕਰਦੇ ਕਿ ਦੋ ਤਰਫਾ ਦਿਲਚਸਪੀ ਦੇ ਅਮੂਰ ਦੇ ਉੱਤੇ ਗੱਲ ਕਰਨਗੇ। ਲੇਕਿਨ ਇਸ ਦਫਾ ਸ਼ਾਇਦ ਗੱਲ ਕੁਝ ਹੋਰ ਹੈ। ਇਸ ਦਫਾ ਜਦੋਂ ਸਦਰ ਰਈਸੀ ਇੱਥੇ ਆਉਣਗੇ ਤੇ ਉਹਨਾਂ ਦੇ ਸਾਹਮਣੇ ਇੱਕ ਤਾਂ ਇਹ ਹੋਵੇਗਾ ਪੇਸ਼ ਨਜ਼ਰ ਗੱਲ ਕਿ ਇਸਰਾਈਲ ਤੇ ਈਰਾਨ ਦੇ ਦਰਮਿਆਨ ਜਿਹੜੇ ਤਾਜ਼ਾ ਵਾਕਿਆਤ ਹੋਏ ਨੇ ਔਰ ਜਿੰਦੇ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਅਰਸੇ ਤੱਕ ਕੋਈ ਨਵਾਂ ਐਪੀਸੋਡ ਉਹਦੇ ਵਿੱਚ ਆ ਸਕਦਾ ਹੈ। ਕੋਈ ਹਮਲਾ ਹੋ ਸਕਦਾ ਹੈ ਇਸਰਾਈਲ ਵੱਲੋਂ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ। ਤੇ ਇਹ ਸੂਰਤ ਹਾਲ ਦੇ ਵਿੱਚ ਪਾਕਿਸਤਾਨ ਈਰਾਨ ਦੇ ਕਿੰਨਾ ਕੁਛ ਨਾਲ ਖਲੋਵੇਗਾ ਔਰ ਈਰਾਨ ਜਿਹੜਾ ਹੈ ਉਹ ਇਸ ਹਮਾਇਤ ਦੇ ਬਦਲੇ ਪਾਕਿਸਤਾਨ ਨੂੰ ਕਿੱਥੇ ਮਦਦ ਦੇ ਸਕਦਾ ਹੈ। ਇਹ ਇੱਕ ਮਸਲਾ ਹੈ। ਦੂਸਰਾ ਇਹ ਗੱਲ ਆ ਰਹੀ ਹੈ ਇਹਦੇ ਵਿੱਚ ਕਿ ਇਸ ਦੌਰੇ ਤੋਂ ਅਲੱਗ ਇੱਕ ਗੱਲ ਇਹ ਹੋਈ ਕਿ ਜਿਹੜੇ ਅਮਰੀਕੀ ਅੰਬੈਸਡਰ ਨੇ ਉਹ ਵਜ਼ੀਰ ਖਾਰਜਾ ਇਸਹਾਕ ਡਾਰ ਨਾਲ ਉਹਨਾਂ ਮੁਲਾਕਾਤ ਕੀਤੀ ਔਰ ਉਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਈਰਾਨ ਤੇ ਇਸਰਾਈਲ ਦੇ ਨਾਲ ਜਿਹੜੇ ਹਾਲੀਆ ਵਾਕਿਆਤ ਹੋਏ ਨੇ ਉਹਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ। ਉਹਨਾਂ ਨੇ ਇਤਮਾਦ ਚ ਲਿਆ ਔਰ ਸ਼ਾਇਦ ਉਹਨਾਂ ਨੇ ਇਹ ਅਸੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਗਰ ਇਹ ਜੰਗ ਵੱਧਦੀ ਦੋਵਾਂ ਮੁਲਕਾਂ ਦੇ ਦਰਮਿਆਨ ਜਾਂ ਹੁਣ ਇਸਰਾਈਲ ਹਮਲਾ ਕਰਦਾ ਹੈ ਈਰਾਨ ਦੇ ਉੱਤੇ ਕਿਸੇ ਨਾ ਕਿਸੇ ਸ਼ਕਲ ਤੇ ਪਾਕਿਸਤਾਨ ਕਿੱਥੇ ਖਲੋਵੇਗਾ। ਪਾਕਿਸਤਾਨ ਇਸਰਾਈਲ ਦੇ ਖਿਲਾਫ ਹੋਵੇਗਾ ਲੇਕਿਨ ਉਹ ਖਿਲਾਫ ਜਿਹੜਾ ਹੈ ਸਿਰਫ ਬਿਆਨਬਾਜ਼ੀ ਦੀ ਹੱਦ ਤੱਕ ਨਜ਼ਰ ਆਏਗਾ ਜਾਂ ਫਿਰ ਉਹ ਆਪਣੇ ਇੱਥੋਂ ਕੁਝ ਅਸਲਾ ਵੀ ਦੇਵੇਗਾ, ਕੁਝ ਅਫਰਾਦੀ ਕੂਵਤ ਭੇਜੇਗਾ ਈਰਾਨ ਇਸਰਾਈਲ ਦੇ ਖਿਲਾਫ ਲੜਨ ਵਾਸਤੇ ਜਾਂ ਫਿਰ ਇਸ ਤੋਂ ਅੱਗੇ ਦੀ ਕੋਈ ਗੱਲ ਕਰੇਗਾ। ਤੇ ਇਹ ਵਾਲੇ ਜਾਇਜ਼ਾ ਲੈਣ ਵਾਸਤੇ ਇੱਕ ਇਸ ਮੁਲਾਕਾਤ ਦਾ ਮਕਸਦ ਇਹ ਵੀ ਮੁਬਸਰੀਨ ਦੱਸਦੇ ਨੇ ਕਿ ਪਾਕਿਸਤਾਨ ਨੂੰ ਗੈਰ ਜਨਬਦਾਰ ਰੱਖਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪਾਕਿਸਤਾਨ ਨੂੰ ਕਿਹਾ ਜਾ ਰਿਹਾ ਹੈ ਕਿ ਅਗਰ ਐਸੀ ਸੂਰਤ ਹਾਲ ਹੁੰਦੀ ਹੈ ਪੈਦਾ ਤੇ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਕਿਰਦਾਰ ਅਦਾ ਨਾ ਕਰੋ। ਅਗਰ ਤੁਸੀਂ ਈਰਾਨ ਦੀ ਹਮਾਇਤ ਨਹੀਂ ਕਰ ਸਕਦੇ ਜਾਂ ਇਸਰਾਈਲ ਦੇ ਖਿਲਾਫ ਤੁਸੀਂ ਨਹੀਂ ਰੁਕ ਸਕਦੇ ਤੇ ਕਮ ਸੇ ਕਮ ਇਸ ਹੱਦ ਤੱਕ ਜ਼ਰੂਰ ਤੁਸੀਂ ਫੇਵਰ ਦਿਓ ਕਿ ਗੈਰ ਜਾਨਬਦਾਰ ਹੋ ਜਾਏ। ਇਹ ਇੱਕ ਪਾਕਿਸਤਾਨ ਨੂੰ ਕਿਹਾ ਜਾ ਰਿਹਾ। ਇਹ ਵਾਲੀ ਸੂਰਤ ਹਾਲ ਜਿਹੜੀ ਇਹ ਖਾਸੀ ਗਰਮ ਹੈ ਔਰ ਜਿਹੜੇ ਡਿਪਲੋਮੈਟਿਕ ਲੈਵਲ ਦੇ ਉੱਤੇ ਮੁਲਾਕਾਤਾਂ ਨੇ ਉਹ ਖਾਸੀ ਤੇਜ਼ ਹੋ ਗਈਆਂ ਔਰ ਇਹਦੇ ਵਿੱਚ ਗੱਲਾਂ ਸਿਰਫ ਉਹ ਨਹੀਂ ਹੁੰਦੀਆਂ ਜਿਹੜੀਆਂ ਰਿਪੋਰਟ ਹੋ ਜਾਂਦੀਆਂ ਨੇ। ਜਿਹੜੀ ਗੱਲ ਇੱਕ ਰਿਪੋਰਟ ਹੁੰਦੀ ਲੇਕਿਨ ਉਹਦੇ ਪਿੱਛੇ ਕਈ ਤਰ੍ਹਾਂ ਦੀਆਂ ਤਹਿਮਾਂ ਹੁੰਦੀਆਂ ਨੇ ਔਰ ਬਦਕਿਸਮਤੀ ਸਾਡੀ ਇਹ ਵੇ ਕਿ ਇੱਥੇ ਆਮ ਤੌਰ ਤੇ ਲੋਕਾਂ ਨੂੰ ਦੱਸੀ ਨਹੀਂ ਜਾਂਦੀ ਇਨਫੋਰਮੇਸ਼ਨ ਤੇ ਜੇ ਇਨਫੋਰਮੇਸ਼ਨ ਆ ਜਾਵੇ ਤੇ ਉਹਦੇ ਨਾਲ ਇੰਨੀ ਕੁ ਫੇਕ ਨਿਊਜ਼ ਆ ਜਾਂਦੀਆਂ ਨੇ, ਮਿਸ ਇਨਫੋਰਮੇਸ਼ਨ ਆ ਜਾਂਦੀ ਕਿ ਆਮ ਬੰਦਾ ਤਾਂ ਉਹ ਫਸੇ ਹੀ ਰਹਿੰਦਾ ਕਿ ਯਾਰ ਇਹਦੇ ਚੋਂ ਅਸਲ ਗੱਲ ਦਾ ਸਿਰਾ ਕਿੱਥੋਂ ਲੱਭਾਂ। ਤੇ ਸੋ ਅਸੀਂ ਆਪਣੇ ਵਿਲਾਗ ਦੇ ਜ਼ਰੀਏ ਕੋਸ਼ਿਸ਼ ਕਰਾਂਗੇ, ਇਸ਼ਾਰਤ ਨਹੀਂ ਸਹੀ, ਕਿ ਗੱਲ ਨੂੰ ਕਿਸੇ ਨਾ ਕਿਸੇ ਪਾਸੇ ਲਾਈਏ ਔਰ ਇਹ ਗੱਲ ਇਹ ਕਿ ਇਹ ਜਿਹੜੇ ਰਾਬਤੇ ਨੇ ਅਮਰੀਕਾ ਦੇ ਉਹ ਅਮਰੀਕਾ ਦੇ ਵਿੱਚ ਸਾਡੇ ਵਜ਼ੀਰ ਖਜ਼ਾਨਾ ਨਾਲ ਹੋਣ ਜਾਂ ਇੱਥੇ ਪਾਕਿਸਤਾਨ ਦੇ ਵਿੱਚ ਵਜ਼ੀਰ ਖਾਰਜਾ ਦੇ ਨਾਲ ਹੋਣ ਜਾਂ ਫਿਰ ਪਾਕਿਸਤਾਨ ਦੇ ਸਿਆਸੀ ਰਹਿਨੁਮਾਵਾਂ ਦੇ ਨਾਲ ਅੰਬੈਸਡਰ ਦੀ ਸਤ੍ਹਾ ਤੇ ਜਾਂ ਉਹਨਾਂ ਦੇ ਜਿਹੜੇ ਕੌਂਸਲ ਜਨਰਲ ਹੁੰਦੇ ਨੇ ਉਹਨਾਂ ਦੀ ਸਤ੍ਹਾ ਦੇ ਉੱਤੇ ਰਾਬਤੇ ਹੋਣ। ਇਹ ਰਾਬਤੇ ਅਗਰ ਤੇਜ਼ ਹੋ ਜਾਣ ਤੇ ਇਹ ਸਮਝ ਲਿਆ ਜਾਵੇ ਕਿ ਕੋਈ ਨਾ ਕੋਈ ਐਸੀ ਮੁਹਿੰਮ ਪੈ ਗਈ ਹੈ ਇਹਨਾਂ ਮੁਲਕਾਂ ਨੂੰ ਜਿੰਦੇ ਵਿੱਚ ਪਾਕਿਸਤਾਨ ਦੀ ਮਦਦ ਦੀ ਲੋੜ ਹੈ। ਜਾਂ ਤਾਂ ਉਹ ਪਾਕਿਸਤਾਨ ਨੂੰ ਗੈਰ ਜਾਨਬਦਾਰ ਰੱਖਣਾ ਚਾਹੁੰਦੇ ਨੇ ਜਾਂ ਪਾਕਿਸਤਾਨ ਤੇ ਦਬਾਅ ਪਾਉਣਾ ਚਾਹੁੰਦੇ ਨੇ ਜਾਂ ਫਿਰ ਪਾਕਿਸਤਾਨ ਕੋਲੋਂ ਕੋਈ ਕੰਮ ਲੈਣਾ ਚਾਹੁੰਦੇ ਨੇ। ਤੇ ਇਹ ਜ਼ਾਹਿਰ ਹੈ ਤੈਅ ਤਾਂ ਉਹਨਾਂ ਨੇ ਕਰਨਾ ਹੈ, ਲੋਕਾਂ ਨੇ ਜਿਹੜੇ ਰਿਆਸਤ ਦਾ ਇੰਤਜ਼ਾਮ ਚਲਾ ਰਹੇ ਨੇ, ਮੇਰੀ ਮੁਰਾਦ ਹੁਕੂਮਤ ਹੈ। ਲੇਕਿਨ ਆਮ ਬੰਦਾ ਹੁਣ ਇਸ ਮਾਮਲੇ ਤੇ ਸੈਂਸਿਟਿਵ ਹੋ ਗਿਆ ਔਰ ਇਸ ਸੈਂਸਿਟਿਵਿਟੀ ਦਾ ਇਜ਼ਹਾਰ ਮੈਂ ਦੱਸਾਂ ਤੁਹਾਨੂੰ ਇੱਕ ਹੋਰ ਜਗ੍ਹਾ ਤੇ ਹੋਇਆ। ਤਹਿਰੀਕੇ ਇਨਸਾਫ ਦਾ ਵਫਦ ਮਿਲਿਆ ਹੈ ਕੌਂਸਲੇਟ ਇੱਥੇ ਲਾਹੌਰ ਦੀ ਜਿਹੜੀ
ਬਰਤਾਨੀਆ ਦੀ ਕੌਂਸੂਲੇਟ 'ਤੇ ਜਾਨ ਮੈਰੀ ਔਰ ਉਹਨੂੰ ਕਿਹਾ ਵੀ ਕਿ ਬੀਬੀ ਤੂੰ ਜਿਹੜਾ ਇੰਨਾ ਮਿਲਣੀ ਪਈ ਹੈ ਲੋਕਾਂ ਦੇ ਨਾਲ, ਖਾਸ ਤੌਰ 'ਤੇ ਹਕੂਮਤੀ ਪਾਰਟੀ ਦੇ ਲੋਕਾਂ ਦੇ ਨਾਲ, ਜਦੋਂ ਇਕਤਦਾਰ 'ਚ ਉਹਨਾਂ ਨੇ ਆਉਣਾ ਸੀ ਉਸ ਤੋਂ ਪਹਿਲੇ ਵੀ, ਜਦੋਂ PDM ਗਵਰਨਮੈਂਟ ਸੀ ਉਦੋਂ ਵੀ, ਜਦੋਂ ਤਹਿਰੀਕ ਇਨਸਾਫ ਦੀ ਗਵਰਨਮੈਂਟ ਦੇ ਖਿਲਾਫ ਤਹਿਰੀਕ ਅਦਮ ਇਤਮਾਦ ਆ ਰਹੀ ਸੀ ਉਹਨਾਂ ਦਿਨਾਂ 'ਚ ਵੀ ਮੁਲਾਕਾਤਾਂ ਹੋਈਆਂ। ਤੇ ਹੁਣ ਵੀ ਤੁਸੀਂ ਗੈਰ ਮਾਮੂਲੀ ਮੁਲਾਕਾਤਾਂ ਕਰਨ ਡਏ ਜੇ ਪਾਕਿਸਤਾਨ ਦੇ ਲੋਕਾਂ ਦੇ ਨਾਲ, ਸਿਆਸੀ ਰਹਿਨੁਮਾਵਾਂ ਦੇ ਨਾਲ। ਤੇ ਤੁਸੀਂ ਆਪਣਾ ਜਿਹੜਾ ਰਵੱਈਆ ਹੈ ਉਹ ਵਾਇਸਰਾਏ ਵਾਲਾ ਨਾ ਰੱਖੋ। ਇਹ ਜਿਹੜੇ ਉਹਨਾਂ ਦੇ ਤਰਜਮਾਨ ਨੇ ਤਹਿਰੀਕ ਇਨਸਾਫ ਦੇ, ਰਊਫ ਹਸਨ, ਉਹਨਾਂ ਨੇ ਬਾਕਾਇਦਾ ਤੌਰ 'ਤੇ ਸ਼ਿਕਾਇਤ ਕੀਤੀ ਕਿ ਤੁਸੀਂ ਆਪਣਾ ਜਿਹੜਾ ਰਵੱਈਆ ਹੈ ਉਹ ਵਾਇਸਰਾਏ ਵਾਲਾ ਨਾ ਰੱਖੋ, ਬਲਕਿ ਲੋਕਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਦਾ ਇਹਤਰਾਮ ਕਰੋ, ਪਾਕਿਸਤਾਨ ਦੇ ਲੋਕਾਂ ਦਾ। ਇਸੇ ਤਰ੍ਹਾਂ ਹੀ ਗੱਲ ਹੋਈ। ਤੇ ਇਹ ਮੈਂ ਕਦੇ ਕਦੇ ਜੋੜ ਕੇ ਵੇਖਣਾ ਇਹ ਗੱਲ ਕਿ ਯਾਰ ਪਾਕਿਸਤਾਨ ਦੇ ਇੰਨਾ ਦਬਾਅ ਕਿਉਂ ਪਾਇਆ ਜਾਂਦਾ, ਔਰ ਬੈਨ ਅਲ-ਅਕਵਾਮੀ ਜਿਹੜੇ ਅਸੂਲ ਨੇ ਨਾ ਰਿਆਸਤਾਂ ਦੇ, ਉਹ ਇਹ ਦੱਸਦੇ ਨੇ ਕਿ ਜਿਹੜਾ ਮੁਲਕ ਜਾਂ ਜਿਹੜੇ ਮੁਲਕ ਦੇ ਲੋਕ ਦਬਾਅ ਸਹਿਣਾ ਸ਼ੁਰੂ ਕਰ ਦਿੰਦੇ ਨੇ ਉਹ ਦੂਸਰੀਆਂ ਤਾਕਤਾਂ ਉਨਾ ਹੀ ਦਬਾਅ ਵਧਾਉਣਾ ਸ਼ੁਰੂ ਕਰ ਦਿੰਦੀਆਂ ਨੇ। ਤੇ ਪਾਕਿਸਤਾਨ ਨੇ ਕਿਹੜੀ ਕਿਹੜੀ ਜਗ੍ਹਾ ਤੇ ਉਹ ਗੁੰਜਾਇਸ਼ ਪੈਦਾ ਕੀਤੀ ਕਿ ਇਹਦੇ ਉੱਤੇ ਦਬਾਅ ਵਧੇ। ਫਿਰ ਇਹ ਵੀ ਹੋਇਆ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਅੱਛਾ ਤੁਸੀਂ ਜੇ ਤਾਰੀਖ ਦੇ ਵਿੱਚ ਪਿਛਲੇ 10 ਦਫਾ ਸਾਡੇ ਤੇ ਦਬਾਅ ਪਾਇਆ ਤੇ ਚਲੋ ਹੁਣ ਤੁਸੀਂ ਇੱਕ ਮੁਸਤਕਲ ਹੌਲਾ ਜਿਹਾ ਦਬਾਅ ਰੱਖ ਲਵੋ ਤੇ ਸਾਨੂੰ ਉਹਦੇ ਹਿਸਾਬ ਨਾਲ ਉਹਦੇ ਅਗੇਂਸਟ ਸਾਨੂੰ ਕੁਝ ਫੇਵਰ ਮਾਲੀ ਤੌਰ ਤੇ ਦੇ ਦਿਓ। ਅਸੀਂ ਕਰਜ਼ਿਆਂ ਦੇ ਮਾਮਲੇ 'ਚ ਜਕੜੇ ਗਏ ਔਰ ਹੁਣ ਇੰਨੇ ਜਕੜੇ ਗਏ ਆ ਕਿ ਕਰਜ਼ਿਆਂ ਦਾ ਸੂਦ ਦੇਣ ਵਾਸਤੇ ਵੀ ਅਸੀਂ ਨਵੇਂ ਕਰਜ਼ੇ ਲੈਣ ਲਏ ਔਰ ਅਸੀਂ ਮੁਸਲਸਲ ਹੁਣ ਬਲੈਕਮੇਲ ਹੋ ਰਹੇ। ਸਾਡੀ ਮੈਂ ਸਮਝਦਾ ਰਿਆਸਤ ਬਲੈਕਮੇਲ ਹੋ ਰਹੀ ਹੈ, ਸਾਡੇ ਹਕੂਮਤਾਂ ਬਲੈਕਮੇਲ ਹੋ ਰਹੀਆਂ ਨੇ। ਔਰ ਗੱਲ ਇਹ ਵੇ ਕਿ ਮਾਮਲਾ ਤੇ ਇੰਨੇ ਖਰਾਬ ਹੋ ਗਏ ਨੇ ਕਿ ਹੁਣ ਇਹ ਸਮਝ ਨਹੀਂ ਆਉਣ ਡਈ ਕਿ ਇਹ ਸਿਲਸਿਲਾ ਰੁਕੇਗਾ ਕਿੱਥੇ। ਲੇਕਿਨ ਇਹ ਇੱਕ ਸਿਲਸਿਲਾ ਠੀਕ ਹੈ। ਮੇਰਾ ਖਿਆਲ ਹੈ ਕਿ ਅਗਰ ਪਾਕਿਸਤਾਨ ਦੇ ਜਿਹੜੀਆਂ ਸਿਆਸੀ ਜਮਾਤਾਂ ਨੇ ਸਾਰੀਆਂ ਦੀ ਮੈਂ ਗੱਲ ਕਰਨਾ, ਉਹ ਪਾਕਿਸਤਾਨ ਪੀਪਲਜ਼ ਪਾਰਟੀ ਹੋਵੇ, ਮੁਸਲਿਮ ਲੀਗ ਨੂਨ ਹੋਵੇ, ਤਹਿਰੀਕ ਇਨਸਾਫ ਹੋਵੇ, ਜਮਾਤ ਇਸਲਾਮੀ ਹੋਵੇ, ਉਹ ਜਮੀਅਤ ਉਲਮਾ ਇਸਲਾਮ ਹੋਵੇ, ਜਮੀਅਤ ਉਲਮਾ ਪਾਕਿਸਤਾਨ ਹੋਵੇ, ਉਹ ANP ਹੋਵੇ, ਉਹ ਉਹਨਾਂ ਦੀ ਮੈਂਗਲ ਸਾਹਿਬ ਦੀ ਪਾਰਟੀ ਹੋਵੇ ਬਲੋਚਿਸਤਾਨ ਦੀ, ਪਖਤੂਨਖਵਾ ਮਿਲੀ ਅਵਾਮੀ ਪਾਰਟੀ ਹੋਵੇ, ਤੇ ਕੋਈ ਜਮਾਤ ਵੀ ਹੋਵੇ, ਉਹ ਗ੍ਰੈਂਡ ਡੈਮੋਕ੍ਰੈਟਿਕ ਅਲਾਇੰਸ ਹੋਵੇ, ਉਹ MQM ਹੋਵੇ, ਇਹਨਾਂ ਸਾਰੀਆਂ ਨੂੰ ਥੋੜ੍ਹਾ ਜਿਹਾ ਖਿਆਲ ਕਰਨਾ ਚਾਹੀਦਾ ਕਿ ਅਸੀਂ ਬਗੈਰ ਕਿਸੇ ਗੱਲ ਤੋਂ ਇਹ ਬਾਹਰ ਦੇ ਜਿਹੜੇ ਸਫੀਰ ਨੇ, ਜਿਹੜੇ ਕੌਂਸਲੇਟ ਜਨਰਲ ਨੇ, ਜਿਹੜੇ ਸਫਾਰਤੀ ਨੁਮਾਇੰਦੇ ਨੇ, ਇਹਨਾਂ ਨਾਲ ਮੁਲਾਕਾਤ ਨਾ ਕਰੀਏ, ਗੁਰੇਜ਼ ਕਰੀਏ। ਅੱਛਾ, ਇਹ ਸਿਆਸੀ ਸਤ੍ਹਾ ਦੇ ਉੱਤੇ ਇਹਨਾਂ ਦੇ ਅਮਲ ਦਖਲ ਔਰ ਦਬਾਅ ਮੁਸਤਰਦ ਕਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਹੋ ਸਕਦੀ, ਆਗਾਜ਼ ਹੋ ਸਕਦਾ। ਫਿਰ ਸਾਡੇ ਜਿਹੜੇ ਅਹਿਮ ਇਦਾਰੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਹਮ ਮਨਸਬ ਨਾਲ ਮਿਲਣ, ਕਿ ਅਗਰ ਤਾਂ ਕੋਈ ਆ ਰਿਹਾ ਵੇ ਬੰਦਾ ਉਹਨਾਂ ਦੇ ਮਨਸਬ ਵਾਲਾ, ਉਹਨਾਂ ਦੇ ਸ਼ੋਬੇ ਦਾ, ਤੇ ਉਹ ਉਹਨੂੰ ਮਿਲਣ, ਕਿਉਂਕਿ ਉਹਦੇ ਵਿੱਚ ਤਾਂ ਹੁੰਦਾ ਕਿ ਦੋ ਤਰਫਾ ਤਾਵਨ, ਮੁਲਕ ਇੱਕ ਦੂਸਰੇ ਨਾਲ ਜ਼ਾਹਿਰ ਮਿਲ ਜੁਲ ਕੇ ਰਹਿੰਦੇ ਨੇ। ਤੇ ਜੇ ਇੱਕ ਉੱਥੇ ਦਾ ਕੋਈ ਆਮ ਜਿਹਾ ਬੰਦਾ ਆਉਂਦੇ ਤੇ ਉਹ ਪਾਕਿਸਤਾਨ ਦੇ ਵਜ਼ੀਰਾਂ ਨੂੰ ਮਿਲੇ, ਉਹ ਪਾਕਿਸਤਾਨ ਦੇ ਸਦਰ ਨੂੰ ਵੀ ਮਿਲੇ, ਪਾਕਿਸਤਾਨ ਦੇ ਵਜ਼ੀਰਾਂ ਨੂੰ ਵੀ ਮਿਲੇ, ਪਾਕਿਸਤਾਨ ਦੇ ਜਿਹੜੇ ਬਿਊਰੋਕਰੇਟਸ ਨੇ ਉਹਨਾਂ ਨੂੰ ਵੀ ਮਿਲੇ, ਔਰ ਸਿਆਸੀ ਲੋਕਾਂ ਨੂੰ ਵੀ ਮਿਲੇ, ਤੇ ਕੋਈ ਪਾਬੰਦੀ ਨਾ ਹੋਵੇ। ਨਹੀਂ, ਇਹ ਤਾਂ ਵਾੜਾ ਹੋ ਗਿਆ ਨਾ ਸਾਡਾ ਖੁੱਲਾ ਕਿ ਜਿਹੜਾ ਮਰਜ਼ੀ ਆਇਆ ਜਿਵੇਂ ਮਰਜ਼ੀ ਫਿਰੇ। ਤੇ ਇਹਦੇ ਨਾਲ ਉਹਨਾਂ ਨੂੰ ਆਪਣਾ ਅਸਰ ਰਸੂਖ ਵਧਾਉਣ ਦਾ ਮੌਕਾ ਮਿਲ ਜਾਂਦਾ ਹੈ ਔਰ ਇੱਥੇ ਐਸੇ ਲੋਕ ਲੱਭਣ 'ਚ ਉਹ ਕਾਮਯਾਬ ਹੋ ਜਾਂਦੇ ਨੇ ਇਹਨਾਂ ਮੁਲਾਕਾਤਾਂ 'ਚ ਜਿਹੜੇ ਮੁਸਤਕਬਿਲ 'ਚ ਉਹਨਾਂ ਦੇ ਕੰਮ ਆਉਂਦੇ ਨੇ। ਸੋ ਅਸੀਂ ਉਹਨਾਂ ਨੂੰ ਗਰਾਊਂਡ ਦੇਣੀ ਹੈ। ਤੇ ਅਗਰ ਅਸੀਂ ਇਹ ਤੈਅ ਕਰ ਲਈਏ, ਥੋੜ੍ਹਾ ਜਿਹਾ ਮੁਲਕ ਵਾਸਤੇ ਵੀ ਸੋਚ ਲਈਏ ਨਾ, ਆਪਣੇ ਵਾਸਤੇ ਤਾਂ ਸੋਚਨੇ, ਅਸੀਂ ਤੈਅ ਕਰ ਲਈਏ ਕਿ ਅਸੀਂ ਇਹਨਾਂ ਦਾ ਅਸਰ ਰਸੂਖ ਕਬੂਲ ਨਹੀਂ ਕਰਨਾ ਤੇ ਆਗਾਜ਼ ਇੱਥੋਂ ਕਰ ਦਈਏ। ਤੇ ਬਾਕੀ ਤੁਸੀਂ ਉਹ ਕਨੈਕਸ਼ਨ ਲੱਭੋ ਕਿ ਬਰਤਾਨੀਆ ਦੀ ਜਿਹੜੀ ਕੌਂਸਲ ਜਨਰਲ ਨੇ ਉਹ ਇੱਥੇ ਕਿਉਂ ਮਿਲ ਰਹੀਆਂ ਨੇ ਜ਼ਿਆਦਾ ਲੋਕਾਂ ਨੂੰ, ਔਰ ਰੋਜ਼ ਉਹਨਾਂ ਦੀ ਤਸਵੀਰ ਛਪਦੀ ਕਿਸੇ ਨਾ ਕਿਸੇ ਮੁਲਾਕਾਤ। ਤੇ ਅਮਰੀਕੀ ਸਫੀਰ ਜਿਹੜਾ ਉਹ ਕਿਹੜੇ ਮਿਸ਼ਨ ਤੇ ਵੇ, ਤੇ ਫਿਰ ਸਾਡੇ ਵਜ਼ੀਰੇ ਖਜ਼ਾਨਾ ਜਦੋਂ ਆਉਣਗੇ ਤੇ ਉਹ ਆਪਣੀ ਗੰਢ ਦੇ ਵਿੱਚ ਕਿੰਨੀਆਂ ਕੁ ਫਰਮਾਇਸ਼ਾਂ ਦਾ ਭਾਰ ਚੁੱਕ ਕੇ ਲਿਆਉਣ। ਜੀਂਦੇ ਰਹੋ, ਵਸਦੇ